ਰਹਾਉ ਦੀਆਂ ਤੁਕਾਂ ਤੋਂ ਜੇ ਆਪਾਂ ਵਿਚਾਰ ਪ੍ਰਾਰੰਭ ਕਰਾਂਗੇ ਤੇ ਸਾਨੂੰ ਇਸ ਅੰਮ੍ਰਿਤ ਸ਼ਬਦ ਦੇ ਜੋ 2 ਪਦਿਆਂ ਦਾ ਸ਼ਬਦ ਹੈ ਇਸ ਦੀ ਵਿਆਖਿਆ ਕਰਨ ਵਿੱਚ ਸੁਖੈਣਤਾ ਰਹੇਗੀ। ਹਜ਼ੂਰ ਦੇ ਰਹਾਉ ਦੇ ਬਚਨ ਨੇ ਸਾਚਾ ਸਾਹਿਬ, ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਸਾਚਾ ਕਹਿ ਲਓ ਸੱਚ ਜਿਨੇ ਸਦੀਵ ਰਹਿਣਾ ਹੈ। ਅੱਗੇ ਸ਼ਬਦ ਹੈ ਸਾਹਿਬ। ਸਾਹਿਬ ਦਾ ਲਫ਼ਜ਼ੀ ਅਰਥ ਹੈ ਜੀ ਮਾਲਿਕ, ਸੁਆਮੀ। ਉਂਝ ਐਸੇ ਇੱਥੇ ਪਾਠ ਜੋ ਸਾਨੂੰ ਸਮਝਾਇਆ ਗਿਆ ਕਿ ਕਦੀ ਵੀ ਸਾਹਿਬ ਸ਼ਬਦ ਦੇ ਖਾਹੇ ਨੂੰ ਜਿਹੜੀ ਸਿਆਰੀ ਲੱਗੀ ਹੈ ਉਸ ਨੂੰ ਉਚਾਰਨ ਵਿੱਚ ਇਗਨੋਰ ਨਹੀਂ ਕਰਨਾ, ਪਾਠ ਸਾਹਿਬ ਨਹੀਂ ਕਰਨਾ। ਕਿਉਂਕਿ ਜਿਵੇਂ ਸਾਡੇ ਆਮ ਤੌਰ 'ਤੇ ਸ਼ਬਦ ਵਰਤ ਲੈਂਦੇ ਆ ਨਾ, ਫਲਾਣਾ ਸਾਹਿਬ ਜੀ। ਹੁਣ ਇੱਥੇ ਸਤਿਗੁਰਾਂ ਨੇ ਖਾਕੇ ਨੂੰ ਸਿਹਾਰੀ ਲਾਈਏ ਸਾਹਿਬ। ਸਾਹਿਬ ਦਾ ਲਫ਼ਜ਼ੀ ਅਰਥ ਹੈ ਜੀ ਮਾਲਕ। ਸਾਚਾ ਸਾਹਿਬ ਉਹ ਸੱਚਾ ਮਾਲਕ ਹੈ। ਅੱਗੇ ਸਦ, ਮਿਹਰਵਾਨ। ਸਦ ਦਾ ਲਫ਼ਜ਼ੀ ਅਰਥ ਹੈ ਸਦੀਵ ਕਾਲ ਲਈ। ਉਂਝ ਗੁਰੂ ਗ੍ਰੰਥ ਸਾਹਿਬ ਜਿਹੜਾ ਸਦ ਲਫ਼ਜ਼ ਵੀ ਹੈ ਨਾ ਜੀ, ਇਹਦੇ ਅਰਥ ਵੀ ਵੱਖਰੇ ਵੱਖਰੇ ਨੇ। ਹੁਣ ਇੱਥੇ ਸਦ ਦਾ ਅਰਥ ਹੈ ਕਿ ਸਦਾ। ਸਦ ਦਾ ਇੱਕ ਲਫ਼ਜ਼ੀ ਅਰਥ ਜਿਹੜਾ ਹੈ ਉਹ 100 ਵੀ ਹੈ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਸੈਂਕੜੇ ਵਾਰੀ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਸਦ ਦਾ ਲਫ਼ਜ਼ੀ ਅਰਥ ਹੈ ਕਿ ਬੰਦੇ ਦੇ ਲਈ ਮੌਤ ਦਾ ਸੱਦਾ ਆ ਜਾਣਾ। ਘੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ। ਉੱਥੇ ਸੱਦ ਦਾ ਅਰਥ ਹੋ ਗਿਆ ਮੌਤ, ਮੌਤ ਦਾ ਸੁਨੇਹਾ ਆਉਣਾ। ਇੱਕ ਸੱਦ ਦਾ ਲਫ਼ਜ਼ੀ ਅਰਥ ਹੋ ਗਿਆ ਜੀ ਸੈਂਕੜੇ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸੱਦ ਦਾ ਅਰਥ ਇਹ ਵੀ ਹੈ ਕਿ ਜਿਵੇਂ ਸੱਦੇ ਨਹੀਂ ਪੈਂਦੇ ਮੌਤ ਦੇ, ਸੱਦੇ ਦਾ ਲਫ਼ਜ਼ੀ ਅਰਥ ਹੋਰ ਸੌਖਾ ਕਰੀਏ ਬੁਲਾਵਾ। ਉਂਝ ਪਿੰਡਾਂ ਵਿੱਚ ਕਿਹਾ ਜਾਂਦਾ ਸੀ ਫਲਾਣੇ ਘਰ ਵਿੱਚੋਂ ਸਾਨੂੰ ਅੱਜ ਰੋਟੀ ਦਾ ਸੱਦਾ ਆਇਆ ਹੈ। ਵਿਆਹ ਹੁੰਦੇ ਸਨ। ਫਲਾਣੇ ਘਰ ਵਿੱਚੋਂ ਅੱਜ ਗਾਉਣ ਦਾ ਸੱਦਾ ਆਇਆ ਹੈ। ਇਹਦਾ ਅਰਥ ਹੋ ਗਿਆ ਬੁਲਾਵਾ। ਮੈਂ ਫਿਰ ਅਰਜ਼ ਕਰਾਂ, ਇੱਥੇ ਸਦ ਦਾ ਅਰਥ ਹੈ ਸਦੀਵ, ਸਦ ਦਾ ਅਰਥ ਹੈ 100, ਸਦ ਦਾ ਅਰਥ ਹੈ ਬੁਲਾਵਾ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕਿਹਾ। ਮਹਾਰਾਜ ਕਹਿੰਦੇ ਆ ਕਿ ਜਿਹੜੇ ਬੰਦੇ ਅੰਮ੍ਰਿਤ ਵੇਲੇ ਚਾਅ ਨਾਲ ਉੱਠ ਕੇ ਇਬਾਦਤ ਵੀ ਜੁੜਦੇ ਨੇ ਉਹਨਾਂ ਨੂੰ ਵੀ ਰੱਬ ਦੇ ਸੱਦੇ ਮਿਲਦੇ ਨੇ। ਸੁਨੇਹਾ ਆ ਜਾਂਦਾ ਵੀ ਸਵੇਰੇ ਤੂੰ ਵਕਤ ਨਾਲ ਉੱਠਣਾ। ਉਹ ਸੁਨੇਹਾ ਜਿਹੜਾ ਦੂਜੇ ਨੂੰ ਨਹੀਂ ਸੁਣੀਂਦਾ। ਵੇਖੋ ਬਾਕੀ ਜਿਵੇਂ ਕਿਸੇ ਨੂੰ ਕੋਈ ਸੁਨੇਹਾ ਭੇਜੇ, ਅੱਜ ਕੱਲ੍ਹ ਹੁਣ ਜਿਵੇਂ ਨਵੀਂ ਟੈਕਨੋਲੋਜੀ ਹੈ ਕਿ ਲੋਕ ਵਟਸਐਪ ਕਰ ਦਿੰਦੇ ਨੇ ਜਾਂ ਉਸ ਤਰ੍ਹਾਂ ਕੋਈ ਫੋਨ ਰਾਹੀਂ ਮੈਸੇਜ ਦੇ ਦਿੰਦਾ। ਪੁਰਾਣੇ ਸਮੇਂ ਰੁੱਕੇ ਭੇਜਦੇ ਹੁੰਦੇ ਸਨ। ਮੈਨੂੰ ਯਾਦ ਹੈ ਸਾਡੇ ਪਿੰਡਾਂ ਵਿੱਚ ਵਿਆਹ ਵੇਲੇ ਜਿਹੜਾ ਰੁੱਕਾ ਭੇਜਿਆ ਜਾਂਦਾ ਸੀ, ਰੁੱਕਾ ਸ਼ਬਦ ਆਪਾਂ ਸਮਝਦੇ ਹਾਂ, ਉਹਨੂੰ ਗੰਢ ਕਹਿੰਦੇ ਸਨ ਕਿ ਫਲਾਣੇ ਘਰ ਵਿੱਚ ਵਿਆਹ ਦੀਆਂ ਗੰਢਾਂ ਆ ਗਈਆਂ ਨੇ, ਉਹਨੂੰ ਗੰਢ ਲਫ਼ਜ਼ ਵਰਤਦੇ ਸਨ ਜੀ ਬਜ਼ੁਰਗ। ਹੁਣ ਇਹ ਸੱਦੇ ਦਿਸਦੇ ਨੇ, ਪਰ ਹਜ਼ੂਰ ਕਹਿੰਦੇ ਜਿਹੜਾ ਇਨਸਾਨ ਰੱਬ ਦੀ ਬੰਦਗੀ ਕਰਦਾ, ਗੁਰਬਾਣੀ ਪੜ੍ਹਦਾ, ਗੁਰੂ ਘਰ ਆਉਂਦਾ ਹੈ ਨਾ, ਉਹ ਇੱਕ ਗੱਲ ਜ਼ਰੂਰ ਚੇਤੇ ਰੱਖੇ ਵੀ ਨਾ ਦਿਸਦਾ ਹੋਇਆ ਉਹਦੇ ਮਨ ਵਿੱਚ ਰੱਬ ਨੇ ਸੱਦਾ ਘੱਲਿਆ। ਉਹਦੇ ਸੱਦੇ ਤੋਂ ਬਿਨਾਂ ਬੰਦਾ ਗੁਰੂ ਕੋਲ ਆ ਹੀ ਨਹੀਂ ਸਕਦਾ। ਉਹ ਦਿਸਦਾ ਨਹੀਂ। ਉਹਨੂੰ ਗੁਰੂ ਸਾਹਿਬ ਨੇ ਕਿਹਾ ਪਿੱਛੋਂ ਰਾਤੀ ਸੱਦੜਾ। ਪਿਛਲੇ ਰਾਤ ਸੱਦੇ ਪੈਂਦੇ ਨੇ, ਆਵਾਜ਼ਾਂ ਪੈਂਦੀਆਂ ਨੇ, ਬੁਲਾਵੇ ਆਉਂਦੇ ਨੇ। ਇਕਬਾਲ ਕਹਿੰਦਾ ਹੈ ਕਿ ਪਿਛਲ ਰਾਤ ਰੱਬ ਦੇ ਸੱਦੇ ਆਉਂਦੇ ਨੇ ਅਰਸ਼ਾਂ ਤੋਂ, ਤੇ ਰੂਹਾਂ ਉਹਦਾ ਜਵਾਬ ਦਿੰਦੀਆਂ ਨੇ ਉਹਦੀ ਵਜਦ ਵਿੱਚ ਇਬਾਦਤ ਕਰਕੇ। ਸੱਦ ਦਾ ਅਰਥ ਹੈ ਰੱਬ ਵੱਲੋਂ। ਮੈਂ ਫਿਰ ਕਹਾਂਗਾ, ਇੱਕ ਸੱਦ ਦਾ ਅਰਥ ਹੈ ਮੌਤ ਦਾ ਸੱਦਾ ਆਉਣਾ ਰੱਬ ਵੱਲੋਂ। ਇੱਕ ਸੱਦ ਦਾ ਅਰਥ ਹੈ ਕਿ ਇਬਾਦਤ ਕਰਨ ਵਾਸਤੇ ਅੰਮ੍ਰਿਤ ਵੇਲੇ ਸੱਦਾ ਆਉਣਾ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾਲੇ। ਇੱਕ ਹੋਰ ਗੱਲ,
ਇੱਕ ਗੁਰਬਾਣੀ ਵਿੱਚ ਸੱਦ ਦੇ ਲਫ਼ਜ਼ ਅਰਥ ਜਿਹੜੇ ਨੇ ਭਾਈ ਸਾਹਿਬ ਬੈਠੇ ਆ ਗਾਇਕੀ ਨਾਲ ਸੰਬੰਧਿਤ ਨੇ। ਜਿਹੜਾ ਅਸੀਂ ਰਾਮਕਲੀ ਸੱਦ ਪੜ੍ਹਨੇ ਆ ਨਾ, ਠੀਕ ਹੈ, ਉਹਦੇ ਅਰਥ ਹੀ ਕੀਤੇ ਗਏ ਵੀ ਪ੍ਰਮਾਤਮਾ ਵੱਲੋਂ ਗੁਰੂ ਅਮਰਦਾਸ ਜੀ ਨੂੰ ਆਇਆ ਸੱਦਾ। ਉਂਝ ਜਿਹੜਾ ਸੱਦ ਹੈ ਇਹਦਾ ਸੰਬੰਧ ਗਾਇਕੀ ਨਾਲ ਹੈ। ਪੁਰਾਣੇ ਜਿਹੜੇ ਦਰਵੇਸ਼ ਲੋਕ ਸਨ ਨਾ, ਉਹ ਅੰਮ੍ਰਿਤ ਵੇਲੇ, ਪੰਜਾਬ ਵਿੱਚ ਸਾਡੇ ਅਸੀਂ ਦੇਖਦੇ ਰਹੇ ਹੁਣ ਨਹੀਂ, ਉਹ ਅੰਮ੍ਰਿਤ ਵੇਲੇ ਜਦੋਂ ਲੋਕ ਸੁੱਤੇ ਹੁੰਦੇ ਸਨ, ਉਹ ਸੱਦੇ ਦਿੰਦੇ ਹੁੰਦੇ ਸਨ। ਗਲੀਆਂ ਵਿੱਚ ਆਵਾਜ਼ਾਂ ਦੇ ਕੇ ਉਹਨਾਂ ਨੇ ਗਾਣਾ ਕਰਨਾ, ਅੰਮ੍ਰਿਤ ਵੇਲੇ ਗਾਉਂਦੇ ਸਨ ਉਹ। ਅਤੇ ਜਦੋਂ ਦਿਨ ਚੜ੍ਹਦਾ ਸੀ ਨਾ ਜੀ, ਇੱਕ ਵਾਰੀ ਘਰਾਂ ਅੱਗੇ ਦੁਬਾਰਾ ਫਿਰ ਗਾਉਂਦੇ ਸਨ। ਜੇ ਕਿਸੇ ਦਾ ਮਨ ਹੁੰਦਾ ਸੀ ਤੇ ਕੋਈ ਉਹਨਾਂ ਦੀ ਝੋਲੀ 'ਚ ਖੈਰ ਪਾਉਂਦਾ ਸੀ, ਨਹੀਂ ਤੇ ਕਦੀ ਉਹ ਬੋਲ ਕੇ ਨਹੀਂ ਸਨ ਮੰਗਦੇ ਕਿ ਸਾਨੂੰ ਕੁਝ ਦਿਓ। ਉਹ ਗਾਇਕੀ ਹੈ। ਸੱਦ ਦਾ ਸੰਬੰਧ ਗਾਇਕੀ ਨਾਲ ਵੀ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਜਿਹੜਾ ਇੱਥੇ ਬਚਨ ਕੀਤਾ ਹੈ ਸਾਚਾ ਸਾਹਿਬ, ਅਸੀਂ ਅਜੇ ਰਹਾਉ ਤੋਂ ਅਰਥ ਕਰ ਰਹੇ ਹਾਂ, ਕਿਉਂਕਿ ਦੋਨਾਂ ਪਦਿਆਂ ਦੇ ਅਰਥ ਕਰਨੇ ਸੌਖੇ ਹੋ ਜਾਣਗੇ। ਮਿਹਰਬਾਨ ਕਿਵੇਂ ਹੈ? ਸਾਚਾ ਸਾਹਿਬ ਦਾ ਅਰਥ ਹੈ ਸੱਚਾ ਮਾਲਕ, ਸਦ ਮਿਹਰਬਾਨ। ਤੇ ਇਹਦਾ ਪਾਠ ਨੰਨੇ ਨਾਲ ਨਹੀਂ ਕਰਨਾ, ਨਾਣੇ ਨਾਲ ਹੀ ਕਰਨਾ ਹੈ। ਮਿਹਰਬਾਨ ਸੱਚਾ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਸਦੀਵ ਹੀ ਮਿਹਰਬਾਨ ਹੈ। ਇੱਕ ਘੜੀ ਨਹੀਂ, ਦੋ ਘੜੀ ਨਹੀਂ, ਉਹ ਸਦਾ ਹੀ ਦਿਆਲੂ ਹੈ, ਸਦਾ ਹੀ ਬਖਸ਼ੰਦ ਹੈ। ਸਾਚਾ ਸਾਹਿਬ ਸਦ ਮਿਹਰਬਾਨ। ਉਹਨੇ ਕੀ ਕੀਤਾ? ਮਿਹਰਬਾਨਤਾ ਕਰਕੇ ਸਾਨੂੰ ਗੁਰੂ ਮਿਲਾ ਦਿੱਤਾ। ਪਰਮਾਤਮਾ ਦੀ ਦਿਆਲਤਾ ਇਹਦੇ ਵਿੱਚ ਵੀ ਹੈ ਜੀ। ਪਾਰ ਬ੍ਰਹਮ ਪਰਮੇਸ਼ਵਰ ਨੇ ਸਾਨੂੰ ਸਤਿਗੁਰੂ ਮਿਲਾ ਦਿੱਤਾ, ਕਿਉਂਕਿ ਉਹਦੀ ਦਿਆਲਤਾ ਤੋਂ ਬਿਨਾਂ ਗੁਰੂ ਵੀ ਨਹੀਂ ਮਿਲਦਾ ਹੁੰਦਾ। ਇਸੇ ਕਰਕੇ ਬਾਬਾ ਜੀ ਨੇ ਇੱਕ ਬਚਨ ਕਿਹਾ ਕਿ ਜਿਹੜਾ ਬੰਦਾ ਮੁਰਸ਼ਿਦ ਵਾਲਾ ਹੈ, ਗੁਰੂ ਵਾਲਾ ਹੈ, ਉਹ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰ ਕਰੇ, ਕਿਉਂਕਿ ਨਦਰ ਕਰੇ ਜੇ ਆਪਰੀ ਤਾਂ ਨਦਰੀ ਸਤਿਗੁਰ ਪਾਇਆ। ਵੇਖੋ, ਉਹਦੀ ਨਦਰ ਤੋਂ ਬਿਨਾਂ ਨਹੀਂ ਸਤਿਗੁਰੂ ਮਿਲਦਾ, ਉਹਦੀ ਬਖਸ਼ਿਸ਼ ਹੋਈ। ਮਹਾਰਾਜ ਨੇ ਇੱਕ ਹੋਰ ਬਚਨ ਕਿਹਾ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ, ਸੰਤ ਸਭਾ ਓਟ ਗੁਰਪੂਰੇ ਧੁਰ ਮਸਤਕ ਲੇਖ ਲਿਖਾਏ। ਇੱਥੇ ਮਿਹਰਬਾਨਤਾ ਵਿੱਚ ਇੱਕ ਪਹਿਲੀ ਮਿਹਰਬਾਨਤਾ ਉਹਦੀ ਇਹ ਕਿ ਉਹਨੇ ਸਾਨੂੰ ਕਿਰਪਾ ਕਰਕੇ ਸਤਿਗੁਰੂ ਮਿਲਾ ਦਿੱਤਾ। ਇੱਥੇ ਬਚਨ ਪੜਾਂਗੇ, ਸੱਚਾ ਸਾਹਿਬ ਸਦਾ ਦਿਆਲੂ ਹੈ, ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੈ। ਬੰਦ ਦਾ ਅਰਥ ਹੁੰਦਾ ਬੰਨ ਮਾਰ ਦੇਣਾ, ਰੋਕ ਲਾ ਦੇਣੀ, ਕਿਸੇ ਚੀਜ਼ ਨੂੰ ਵਰਜ ਦੇਣਾ ਵੀ ਹੁਣ ਤੂੰ ਆਉਣਾ ਨਹੀਂ, ਡੱਕਾ ਲਾ ਦੇਣਾ। ਹਜ਼ੂਰ ਕਹਿੰਦੇ ਨੇ ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਅਰਥ ਕਰਾਂਗੇ ਮੇਰੇ ਪੂਰੇ ਸਤਿਗੁਰੂ ਨੇ ਜਿੰਨੇ ਦੁੱਖ ਸਨ, ਜਿੰਨੇ ਕਲੇਸ਼ ਸਨ, ਜਿੰਨੀਆਂ ਚਿੰਤਾ ਸਨ, ਜਿੰਨੇ ਝੋਰੇ ਸਨ, ਏਡੀ ਵੱਡੀ ਕਿਰਪਾ ਕੀਤੀ, ਸਾਰੇ ਦੁੱਖਾਂ ਨੂੰ ਡੱਕਾ ਲਾ ਕੇ ਰੱਖ ਦਿੱਤਾ, ਰੋਕ ਦਿੱਤਾ ਜੀ, ਬੰਨ ਪਾ ਦਿੱਤਾ। ਮਹਾਰਾਜ ਕਹਿੰਦੇ ਹੋਈ ਸਰਬ ਕਲਿਆਣ। ਹੁਣ ਹਰ ਥਾਵਾਂ ਤੇ ਕਲਿਆਣ ਹੋ ਗਈ, ਸੁਖ ਸ਼ਾਂਤੀ ਹੋ ਗਈ। ਮਤਲਬ ਮਹਾਰਾਜ ਕਹਿੰਦੇ ਬਿਲਕੁਲ ਟਿਕਾ ਬਣ ਗਿਆ, ਉਹਨੇ ਰੋਕ ਦਿੱਤਾ। ਰਹਾਓ, ਇਹ ਨੇ ਰਹਾਓ ਦੀ ਬਚਨ। ਹੁਣ ਇਹਦੇ ਥੋੜੇ ਜਿਹੇ ਅਰਥ ਅਸੀਂ ਕਰਨ ਤੋਂ ਬਾਅਦ ਥੋੜੀ ਜਿਹੀ ਵਿਆਖਿਆ। ਮਾਲਕ ਮੇਰਾ ਸੱਚਾ ਸਾਹਿਬ ਹੈ। ਇਹਦਾ ਅਰਥ ਹੈ ਕਿ ਜਿਸ ਮਾਲਕ ਨੇ ਕਦੀ ਬਦਲਣਾ ਨਹੀਂ। ਇਹਦਾ ਮਤਲਬ ਦੁਨੀਆ ਕਿਸੇ ਨੌਕਰੀ ਕਰੋ, ਚਲੋ ਲਫ਼ਜ਼ ਤਾਂ ਵਰਤਣਾ ਪੈਣਾ, ਕਦੀ ਕੋਈ ਹੋਰ ਬੌਸ ਹੁੰਦਾ ਹੈ, ਕੋਈ ਹੋਰ ਬਾਸ ਹੁੰਦਾ ਹੈ, ਮਾਲਕ ਹੁੰਦਾ ਹੈ ਜਾਂ ਉੱਤੇ ਅਫਸਰ ਹੁੰਦਾ ਹੈ, ਪਰ ਵਾਹਿਗੁਰੂ ਉਹ ਸਾਹਿਬ ਹੈ ਜਿਹਨੇ ਕਦੀ ਵੀ ਨਹੀਂ ਬਦਲਣਾ। ਜਨਮ ਤੋਂ ਪਹਿਲਾਂ ਵੀ ਸਾਹਿਬ ਹੈ, ਜਨ ਜ਼ਿੰਦਗੀ ਵਿੱਚ ਵੀ ਉਹ ਮਾਲਕ ਹੈ, ਤੇ ਜਿਸ ਦਿਨ ਅਸੀਂ ਇਹ ਸਰੀਰ ਛੱਡਣਾ ਸਾਡੀ ਆਤਮਾ ਵਿੱਚ ਉਹ ਹੀ ਸਾਹਿਬ ਹੈ। ਇੱਕ ਤਾਂ ਸੱਚਾ ਸਾਹਿਬ ਹੈ, ਝੂਠਾ ਨਹੀਂ, ਜਿਹਨੂੰ ਸਤਿਗੁਰੂ ਨੇ ਕਿਹਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਦੇਖੋ ਸ਼ਬਦ ਵਰਤੇ, ਉਹ ਸਦੀਵ ਰਹਿਣ ਵਾਲਾ ਹੈ, ਉਹ ਸਾਹਿਬ ਮਾਲਕ ਸੱਚਾ ਹੈ, ਉਹ ਝੂਠਾ ਨਹੀਂ। ਅਗਲਾ ਬਚਨ ਕਿਹਾ ਜੀ ਸਦ ਮਿਹਰਬਾਨ। ਉਹ ਹਮੇਸ਼ਾ ਹੀ ਮਿਹਰਬਾਨ ਰਹਿੰਦਾ ਹੈ, ਕਦੀ ਕਰੋਪ 'ਚ ਨਹੀਂ। ਦੇਖੋ ਦਿਨ ਹੋਵੇ ਰਾਤ ਹੋਵੇ, ਉਹ ਇੰਨਾ ਦਿਆਲੂ ਹੈ। ਤੇ ਸਤਿਗੁਰਾਂ ਨੇ ਮਿਹਰਬਾਨ ਦੇ ਵਾਸਤੇ ਇੱਕ ਬਚਨ ਵੀ ਕਿਹਾ, ਤੁਸੀਂ ਪੜ੍ਹਦੇ ਹੋ, ਮਿਹਰਬਾਨ ਸਾਹਿਬ ਮਿਹਰਬਾਨ। ਉੱਥੇ ਨੰਨੇ ਨਾਲ ਹੈ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ। ਮਹਾਰਾਜ ਕਹਿੰਦੇ ਸਦੀਵ ਕਾਲ ਵਾਸਤੇ ਉਹ ਮਿਹਰਬਾਨ ਹੈ। ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ
सोई दे आधार, घट घट मालिक दिलां का सच्चा परवदगार। प्यारे वो सच्चा है, सच्चा साहिब है, झूठा नहीं। सतगुरु कहते वो मेहरबान है, वो दयालु है, वो कृपालु है। साचा साहिब सद मेहरबान। ते गुरु साहिब ने की कीता जी, उन्होंने बंद पा दिता दुखों नूं। वैसे ये भी शब्द बहुत डूंगा है, बंद पा देना। कई बार तुसीं देखो जदों बंदा स्ट्रैस च हुंदा है ना, तो छोटी जी गल उहदे अंदर नूं विचलित कर दिंदी है। कई बार जो मैਡੀਟੇਸ਼ਨ जिवें अजकल कहते भी स्ट्रैस ज़्यादा होवे तो मैਡੀਟੇਸ਼ਨ करो, ध्यान विच बैठो, क्योंकि दवाइयां भी लोग खाते हैं भी मैं स्ट्रैस विच हाँ। तो इन्हां मुल्कां विच बहुत ज़्यादा कि हर बंदे नूं कोई स्ट्रैस है, कोई ना कोई उहदे ते बोझ है। उंज एक साधु कहंदा सी, कोई तन दुखी, कोई मन दुखी, कोई चिंता चित उदास, थोड़े थोड़े सब दुखी, सुखी हरि के दास। किसे ना किसे नूं दुख है। उंज वैसे हुण याद रखियो, आउण वाले समय च जितना पदार्थ खोजिया जा रहा है, इहदी खोज होर भी होवेगी, पर जिन्ना कुछ बंदा वासना के रूप च भोग चुका है ना, ਉਹਦੇ अंदर की जिहड़ी भुख है नहीं मिटी, जिन्ना मर्जी उन्हें भोग चुका है, चाहे वो खाण वाले, पीण वाले, कामुक, चाहे सुन वाले। फिर कदी ना कदी धुर अंदरों आवाज़ आउंदी है, सच्चा सुख की होवेगा। ये तो इंद्रियावी सुख ने, कोई भी दुनिया का सुख नहीं जिहदे विच दुख ना लुकिया होवे। हर सुख दे विच दुख है। चलो मैं कल एक बेनती कीती सी जी, ये धुप दे सामने हनेरा नहीं हुंदा, पर याद रखियो धुप दे विच भी कालख है। आपां थोड़ा समा धुप च बह जाइए ना, तो जिस्म काला होण लग पैंदा। क्यों? इस दे चिट्टेपन विच भी कलतन रब ने लुकाई हुई है। जिन्ने दुनिया के सुख ने, हर सुख दे विच हजूर ने दुख टिकाया होया। इसे करके महाराज ने बाणी विच कहा, सुख को मांगै सब को, दुख ना मांगै कोई, सुख है को दुख अगला, मनमुख बूझ ना होए। मैं फिर बेनती करांगा कि जिस उत्ते रब मेहरबान हुंदा है, उन्हों दुख नहीं कदी आउंदा संसारी तौर पर, कि उस दे परिवार अंदर कोई घटना मौत की नहीं वापरदी, कि बन ला दिता भी अज इस घर च मौत नहीं होनी। बंद पाया मेरा सतगुरु पूरा है। मेरे सतगुरु ने उस फुरनिया नूं, उस चिंता नूं, उस टेंशन नूं, सच्ची मुची उस स्ट्रैस नूं ऐ कंध मार दी। जो कोई दुनिया च वापरदा पिया, शब्द ने इन्ना वड्डा सहारा दिता, मेरे मन के उत्ते कुछ असर ही नहीं करता पिया। मेरी फिर बेनती, कभी तुसीं देखियो जदों वो बन मारदा, वो बख्शिश करदा, उन्हें रोक दिता। घटनावां वापरनियां कदी बंद नहीं हुंदियां। मेरी बेनती, दुख सुख मान अपमान मौत निंदा उस ये कदी बंद हुंदियां ने? घटनावां नहीं बंद हुंदियां, पर गुरु इन्नी को बख्शिश करदा, उन्हां वल जांदी सुरत नूं मोड़ के रब वाले पासे जोड़ दिंदा है। वापरदा है पर असर नहीं करता। हजूर ने इसे करके क्या, परमेश्वर दिता बन्ना। कई सज्जना ने बन्ना का अर्थ बेटा भी किया है, पर सच विच बन्ना का अर्थ हुंदा बन पाना, रोकना, जिन्हों बंद किया गुरु जी ने। परमेश्वर दिता बन्ना, दुख रोग का डेरा भन्ना। जिहड़ा साडे अंदर डेरा दर ते टिकाणा, जिहड़ा दुखां ते रोगां दा डेरा सी ना अंदर सी, उहनूं भंन दिता। इसे करके बाणी ने वेखो शब्द कहा, नस वंजो किल विको करता घर आया, दूतै दहन पया गोबिंद प्रगटाया। जदों करता घर विच आ जाए तो जिन्ने पाप ने दुख ने उन्होंने थां कोई नहीं रहिंदी। सीधी गल जी, जदों कोई रब नाल जुड़ जाता है, दुखां वाले पासे बन पै जाता है। अटैचमेंट ही डिटैचमेंट पैदा करती है। जदों उधर जुड़ गया, इत्थे बड़ी वड्डी किरपा है जी, क्योंकि जदों ये आम तौर पर असीं इहदे अर्थ ये करने हैं ना जी, गुरु ने रोक दिता, दुख नहीं आउंदा, अगला नाल ही सवाल कहता मेरे ते बाणी पढ़न तो बाद भी आ नुकसान हो गया। हुण इत्थे ये जरूर समझना पेगा कि पूरा सतगुरु, जिवें पिछले दिनों तो आप कथा कर रहे हैं, दुख विच दुख नूं दुख महसूस ही नहीं होण दिंदा। जिवें जो नर दुख में दुख नहीं माने। असीं रोज़ हजूर गुरु तेग बहादुर साहब नूं याद कर रहे हैं, दुख मैं दुख नहीं माने, पर यह नहीं कहा भी दुख नहीं आया।
ਦੁੱਖ ਵਿੱਚ ਦੁੱਖ ਨੂੰ ਦੁੱਖ ਰੂਪ ਨਹੀਂ ਮੰਨਦਾ। ਸੁੱਖ ਸਨੇਹ, ਇੱਥੇ ਸਨੇਹ ਤੇ ਵਿਸ਼ਰਾਮ ਲਾਵਾਂਗੇ। ਸੁੱਖ ਨਾਲ ਖੇਤ ਨਹੀਂ ਕਰਦਾ, ਦੁੱਖ ਵਿੱਚ ਦੁੱਖ ਨੂੰ ਦੁੱਖ ਨਹੀਂ ਸਵੀਕਾਰਦਾ, ਸੁੱਖ ਵਿੱਚ ਉਹਨੂੰ ਖੇਤ ਨਹੀਂ ਕਰਦਾ, ਸੁੱਖ ਨੂੰ ਮੁਹੱਬਤ ਨਹੀਂ ਕਰਦਾ। ਕੰਚਨ ਮਾਟੀ ਮਨ ਹੈ, ਸੋਨੇ ਤੇ ਮਿੱਟੀ ਨੂੰ, ਸੋਨੇ ਨੂੰ ਮਿੱਟੀ ਜਾਣਦਾ। ਪਰ ਇਹਦੇ ਵਿੱਚ ਅਖੀਰ ਤੇ ਪਤਾ ਕਿਆ ਕਹਿੰਦੇ ਨੇ, ਇਹ ਅਸਲ 'ਚ ਗੁਰੂ ਨੇ ਦਾਤ ਦਿੱਤੀ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਆਹ ਹੈ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ। ਆਏ ਜ਼ਰੂਰ, ਪਰ ਉਹਨੇ ਬਖਸ਼ਿਸ਼ ਕਰ ਦਿੱਤੀ, ਰੋਕ ਦਿੱਤਾ। ਇਸ ਉਧਰ ਧਿਆਨ ਜਾਂਦਾ ਹੀ ਨਹੀਂ। ਜੀਓ ਪਾਏ, ਹਜ਼ੂਰ ਨੇ ਕਿਹਾ ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਪੂਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਹੋਈ ਸਰਬ ਕਲਿਆਣ। ਹੁਣ ਸੱਚੀ ਮੁੱਚੀ ਸਾਰੀਆਂ ਥਾਵਾਂ ਤੇ ਕਲਿਆਣ ਸ਼ਾਂਤੀ। ਅੱਗੇ ਫਿਰ ਸਤਿਗੁਰੂ ਕਹਿੰਦੇ ਨੇ, ਉਹ ਸਾਚਾ ਸਾਹਿਬ ਹੋਰ ਕਿੰਨਾ ਕੁ ਮਿਹਰਬਾਨ ਹੈ। ਇੱਕ ਤਾਂ ਸਤਿਗੁਰੂ ਮਿਲਾ ਦਿੱਤਾ, ਬੰਨ ਪਾ ਦਿੱਤਾ, ਰੋਕ ਦਿੱਤਾ। ਅੱਗੇ ਫਿਰ ਗੁਰੂ ਜੀ ਕਹਿੰਦੇ ਨੇ, ਖਮਰੀ ਗਣਤ ਨਾ ਗਣੀਆਂ ਕਾਈ। ਹਮਰੀ ਸਾਡੀ, ਅਸਾਂ ਦੀ, ਗਣਤ ਨਾ ਗਣੀਆਂ ਕਾਈ। ਜਿਹੜੇ ਅਸੀਂ ਗੁਨਾਹ ਕੀਤੇ, ਮਾੜੇ ਕਰਮ ਕੀਤੇ, ਇੰਨਾ ਕਿਰਪਾਲੂ ਹੈ, ਉਹਨੇ ਗਿਣਤੀ ਕੋਈ ਨਹੀਂ ਕੀਤੀ, ਕੋਈ ਨਹੀਂ। ਕਿਉਂਕਿ ਆਹ ਹੈ ਮਿਹਰਬਾਨਤਾ। ਮਿਹਰਬਾਨ ਦਾ ਅਰਥ ਸਿਰਫ ਕੱਲਾ ਇਹ ਨਹੀਂ ਕਿ ਰੱਬ ਮੈਨੂੰ ਰੋਜ਼ੀ ਦਿੰਦਾ, ਬੜਾ ਦਿਆਲੂ ਹੈ, ਮੈਨੂੰ ਕੱਪੜੇ ਦਿੱਤੇ, ਮੇਰਾ ਕੰਮ ਚਲਾਇਆ। ਨਹੀਂ, ਮਿਹਰਬਾਨਤਾ ਵਿੱਚ ਉਹਦਾ ਸਭ ਤੋਂ ਵੱਡਾ ਗੁਣ ਇਹ ਵੇ ਕਿ ਬੰਦੇ ਨੇ ਪਤਾ ਨਹੀਂ ਕਿੰਨੇ ਕੁ ਗੁਨਾਹ ਕੀਤੇ, ਜਿੱਦਣ ਉਹ ਆਪਣੇ ਵੱਲ ਝਾਤੀ ਮਾਰਦਾ, ਫਿਰ ਇਹਦੇ ਗੁਨਾਹਾਂ ਵੱਲ ਝਾਤੀ ਨਹੀਂ ਮਾਰਦਾ। ਕਿਉਂਕਿ ਮੈਂ ਅੱਗੇ ਬੇਨਤੀ ਕਰਾਂਗਾ, ਆਪਣੇ ਵੱਲ ਝਾਤੀ ਦਾ ਮਤਲਬ ਕੀ ਹੈ। ਪਰਮਾਤਮਾ ਨੇ ਖਮਰੀ ਗਣਤ ਨਾ ਗਣੀਆਂ ਕਾਈ। ਸਾਡੇ ਕਿਸੇ ਵੀ ਕੰਮ ਦਾ ਉਹਨੇ ਗਿਣਤੀ ਨਹੀਂ ਕੀਤੀ। ਆਪਣਾ ਬਿਰਧ ਪਛਾਣ, ਬਿਰਧ ਦਾ ਅਰਥ ਹੈ ਸੁਭਾਅ। ਉਹਨੇ ਆਪਣੇ ਸੁਭਾਅ ਵੱਲ ਧਿਆਨ ਦਿੱਤਾ, ਉਹਨੇ ਜੀਵ ਦੇ ਪਾਪਾਂ ਵੱਲ ਧਿਆਨ ਨਹੀਂ ਦਿੱਤਾ। ਇਹਨੂੰ ਥੋੜਾ ਜਿਹਾ ਸਮਝਣ ਵਾਸਤੇ, ਬਿਰਧ, ਵੈਸੇ ਬਿਰਧ ਦਾ ਲਫ਼ਜ਼ੀ ਅਰਥ ਸੁਭਾਅ ਹੁੰਦਾ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ, ਮਹਾਰਾਜ ਆਪਣੇ ਬਿਰਧ ਦੀ ਪੈਜ ਰੱਖਿਓ। ਮਤਲਬ ਆਪਣੇ ਸੁਭਾਅ ਨੂੰ ਤੁਸੀਂ ਬਸ, ਜਿਵੇਂ ਮੈਂ ਇੱਕ ਉਦਾਹਰਨ ਦੇਣਾ ਵਾ। ਭਾਈ ਸੱਤਾ ਬਲਵੰਡ ਸਾਹਿਬ ਜੀ ਵਾਪਸ ਆਏ, ਦੋਨੋਂ। ਭਾਈ ਲੱਦਾ ਜੀ ਲੈ ਕੇ ਆਏ। ਤੇ ਮੈਂ ਪਿਛਲੇ ਦਿਨ ਵੀ ਕਿਹਾ ਸੀ ਵੀ ਖੌਮੇ ਬੜੀ ਵੱਡੀ ਬਿਮਾਰੀ ਹੈ, ਉਹਦਾ ਲੰਮਾ ਇਲਾਜ ਚੱਲਦਾ ਹੈ। ਕੁਝ ਬਿਮਾਰੀਆਂ ਐਸੀਆਂ ਨੇ ਜਿਹਨੂੰ ਡਾਕਟਰ ਕਹਿੰਦਾ ਠੀਕ ਹੋ ਜਾਏਗੀ, ਪਰ ਇਹਦਾ ਇਲਾਜ ਬੜਾ ਲੰਮਾ ਚੱਲਣਾ ਜੇ। 5 ਸਾਲ 2 ਸਾਲ ਦਵਾਈ ਖਾਣੀ ਪਏਗੀ। ਕਈ ਇਹੋ ਜਿਹੀਆਂ ਨਾਮੁਰਾਦ ਬਿਮਾਰੀਆਂ ਹੁੰਦੀਆਂ ਨੇ, ਡਾਕਟਰ ਕਹਿੰਦਾ ਮੈਂ ਤੁਹਾਨੂੰ ਸੱਚ ਦੱਸਾਂ, ਜਿੱਥੇ ਮਰਜ਼ੀ ਲੈ ਜਾਓ, ਇਹਦਾ ਇਲਾਜ ਕੋਈ ਨਹੀਂ। ਇਸ ਤੇ ਸੁਣਨ ਨੂੰ ਮਿਲਦਾ 5 ਸਾਲ 2 ਸਾਲ ਇੰਨੀ। ਗੁਰੂ ਸਾਹਿਬ ਕਹਿੰਦੇ ਨੇ ਖੌਮਾ ਹਉਮੈ ਦੀ ਦਵਾਈ ਹੈ, ਇਹ ਲੰਮਾ ਚੱਲਦਾ, ਦੀਰਘ ਰੋਗ ਹੈ, ਪਰ ਨਿੰਦਿਆ ਦੀ ਕੋਈ ਦਵਾਈ ਨਹੀਂ। ਔਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾ ਹੈ। ਏਡੀ ਏਡੀ ਭੈੜੀ ਬਿਮਾਰੀ ਹੈ, ਅਸੀਂ ਇਹਨੂੰ ਸਮਝ ਨਹੀਂ। ਮੈਂ ਰੋਜ਼ ਹੀ ਹੋਕਾ ਦੇਣਾ ਵਾ, ਕਿਉਂਕਿ ਸਾਨੂੰ ਰਸ ਇੰਨਾ ਕੰਨਾਂ ਦਾ ਬਣ ਚੁੱਕਾ ਹੈ। ਅਸੀਂ ਉਹਨੂੰ ਆਪਣੇ ਵਿਰੋਧੀ ਦੀ ਨਿੰਦਿਆ ਸੁਣ ਕੇ ਪੁੱਛੋ ਕੁਝ ਨਾ, ਬੰਦਾ ਐ ਬਾਗੋ ਬਾਗ ਹੋ ਜਾਂਦਾ। ਤੇ ਕਈ ਬੰਦਿਆਂ ਦਾ ਸੁਭਾਅ ਹੈ ਕਿ ਉਸ ਨਿੰਦਿਆ ਨੂੰ ਥਾਂ ਥਾਂ ਤੇ ਅੱਗੇ ਵੀ ਪਹੁੰਚਾਉਂਦੇ ਆ, ਵੀ ਆਹ ਹੋ ਗਿਆ, ਆਹ ਹੋ ਗਿਆ। ਹੁਣ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਬਖਸ਼ਿਸ਼ ਕੀਤੀ ਕਿ ਭਾਈ ਸਾਹਿਬ ਹੋਰੀ ਵਾਪਸ ਆ ਗਏ। ਇਹ ਵੀ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ ਕਿ ਸੱਤਾ ਤੇ ਬਲਵੰਡ ਜੀ ਨੇ ਆਪਣਾ ਚੋਲਾ ਇਕੱਠਾ ਛੱਡਿਆ ਸੀ। ਲਾਹੌਰ ਗਏ ਗੁਰੂ ਹਰਗੋਬਿੰਦ ਸਾਹਿਬ, ਤੇ ਇਹ ਦੋਨੋਂ ਪ੍ਰਵੀਰ ਕੀਰਤਨ ਕਰ ਰਹੇ ਸਨ। ਕੀਰਤਨ ਦੀ ਸਮਾਪਤੀ ਕੀਤੀ ਜੀ ਆਸਾ ਕੀ ਵਾਰ ਦੀ, ਗੁਰਬਿਲਾਸ ਵਿੱਚ ਹੈ 6ਵੀਂ 'ਚ। ਕੀਰਤਨ ਵਾਜੇ, ਸਾਜ਼ ਬੰਦ ਹੋ ਗਏ, ਦੋਨੋਂ ਗਲ 'ਚ ਪੱਲਾ ਪਾ ਕੇ ਖੜੇ ਹੋ ਗਏ। ਸੰਗਤ ਦੇਖਣ ਲੱਗ ਪਈ ਵੀ ਪਤਾ ਨਹੀਂ ਅੱਜ ਕੀਰਤਨ ਬੰਦ ਕੀਤਾ, ਕਿਉਂਕਿ ਜਦੋਂ ਇੱਕ ਵਾਰੀ ਭੁੱਲ ਹੋਈ ਹੋਵੇ ਲੋਕੀ ਛੇਤੀ ਮਾਫ ਨਹੀਂ ਕਰਦੇ, ਗੁਰੂ ਮਾਫ ਕਰ ਦਿੰਦਾ ਹੁੰਦਾ। ਦੁਨੀਆ ਨਹੀਂ ਕਦੀ ਕਰਦੇ ਤੇ ਕਦੀ ਕਰਨਾ ਵੀ ਨਹੀਂ ਇਹਨੇ। ਉਹਨਾਂ ਨੇ ਜੀ ਗਲ 'ਚ ਪੱਲਾ ਪਾ ਕੇ ਖੜੇ ਹੋ ਗਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਦੇਖਿਆ, ਕਹਿੰਦੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਨੂੰ ਲੈਣ ਵਾਸਤੇ ਆ ਗਏ ਆ, ਸਾਨੂੰ ਅਸੀਸ ਬਖਸ਼ੋ। ਉੱਥੇ ਸ਼ਬਦ ਲਿਖੇ ਨੇ ਕਿ ਗੁਰ ਮੂਰਤ ਮਨ ਮੈਂ ਦ੍ਰਿੜ ਕੀਨੀ, ਸਤ ਨਾਮ ਕੈ ਬਪ ਤਜ ਦੀਦੀ। ਬਪ ਦਾ ਅਰਥ ਹੁੰਦਾ ਸਰੀਰ,
ਸਤਨਾਮ ਵਾਹਿਗੁਰੂ ਕਿਹਾ, ਨਾਲ ਹੀ ਬੋਡੀ ਛੱਡ ਗਏ, ਸਰੀਰ ਚੋਂ ਨਿਕਲ ਗਏ। ਉਹ ਵਾਪਸ ਆਉਂਦੇ ਨੇ। ਸਿਰ ਮੈਂ ਆਪਣਾ ਬਿਰਧ ਪਛਾਣ ਦੀ ਗੱਲ ਕਰ ਰਿਹਾ। ਵਾਪਸ ਆਉਂਦੇ ਨੇ ਭਾਈ ਲੱਧਾ ਸਾਹਿਬ ਜੀ, ਉਹਨਾਂ ਦਾ ਮੁੱਖ ਉਸੇ ਤਰ੍ਹਾਂ ਕਾਲਖਲਾਲ, ਉਹਨਾਂ ਨੂੰ ਨਸ਼ਰ ਕੀਤਾ ਗਿਆ। ਨਸ਼ਰ ਕਰਨਾ ਪੁਰਾਣੇ ਸਮੇਂ ਇੱਕ ਸਜ਼ਾ ਹੁੰਦੀ ਸੀ। ਕਹਿੰਦੇ ਫਲਾਣਾ ਬੰਦਾ ਨਸ਼ਰ ਹੋ ਗਿਆ। ਨਸ਼ਰ ਇੱਕ ਸਜ਼ਾ ਸੀ ਜੀ। ਉਹ ਜੀ ਜਿਸ ਤਰ੍ਹਾਂ ਅਸੀਂ ਇਤਿਹਾਸ ਪੜ੍ਹਿਆ, ਮੁੱਖ ਕਾਲਾ ਹੈ, ਉਸ ਤਰ੍ਹਾਂ ਪਾਟੇ ਕੱਪੜੇ, ਕੰਨ ਗਲ 'ਚ ਜੋੜਿਆਂ ਦਾ ਹਾਰ। ਮਹਾਰਾਜ ਬਾਹਰ ਆ ਗਏ, ਕਹਿਣ ਲੱਗੇ ਕੀ ਕੀਤਾ? ਕਹਿਣ ਲੱਗੇ ਜਿਵੇਂ ਤੁਸੀਂ ਹੁਕਮ ਕੀਤਾ ਸੀ ਤਾਂ ਬਖਸ਼ੇ ਜਾਣਗੇ ਜੀ, ਇਸ ਤਰ੍ਹਾਂ ਕੋਈ ਆਏਗਾ ਤਾਂ। ਮਹਾਰਾਜ ਕਹਿੰਦੇ ਤੈਨੂੰ ਪਤਾ ਇਹਨਾਂ ਨੇ ਗੁਨਾਹ ਕੀ ਕੀਤਾ? ਮੈਂ ਆਪ ਨੂੰ ਕਿਉਂ ਨਿੰਦਿਆ ਤੋਂ ਵਾਰ-ਵਾਰ ਅਰਜਨ ਦੀ ਗੱਲ ਕਰ ਰਿਹਾ। ਸੱਚੀ ਮੁੱਚੀ ਉਹਨਾਂ ਦਾ ਇੱਕ ਸ਼ਬਦ ਨਿੰਦਿਆ ਦਾ ਕਿੱਡਾ ਵੱਡਾ ਦੁੱਖ ਦੇ ਗਿਆ। ਤੈਨੂੰ ਪਤਾ ਇਹਨਾਂ ਗੁਨਾਹ ਕੀ ਕੀਤਾ ਹੈ? ਉਹ ਉੱਤੇ ਹੀ ਚੜਿਆ ਗਧੇ ਤੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਇਹਨਾਂ ਦੇ ਔਗਣ ਨਾ ਦੇਖਿਓ, ਤੁਸੀਂ ਆਪਣਾ ਸੁਭਾਅ ਦੇਖੋ। ਖਾਂ ਵੇਖੋ ਆਪਣਾ ਬਿਰਧ ਪਛਾਣ, ਆਪਣੇ ਬਿਰਧ ਨੂੰ, ਆਪਣੇ ਸੁਭਾਅ ਨੂੰ ਦੇਖੋ। ਕਿਉਂ? ਕਿਉਂਕਿ ਇਹਦਾ ਸੁਭਾਅ ਹੈ ਵਾਰ ਵੱਲ ਭੁੱਲਣਾ, ਤੇ ਤੇਰੇ ਸੁਭਾਅ ਦਾ ਹਿੱਸਾ ਹੈ ਵਾਰ-ਵਾਰ ਬਖਸ਼ ਦੇਣਾ। ਫਰਕ ਹੈ ਨਾ ਜੀ। ਇਹ ਤੇਰਾ ਸੁਭਾਅ। ਮਹਾਰਾਜ ਤੁਸੀਂ ਇਹਨਾਂ ਦੇ ਗੁਨਾਹ ਨਾ ਦੇਖੋ, ਤੁਸੀਂ ਆਪਣੇ ਬਖਸ਼ਣ ਵਾਲੇ ਬਿਰਧ ਨੂੰ ਦੇਖੋ। ਸੱਚ ਇਹ ਰੱਬ ਦਾ ਮੁੱਢ ਕਦੀਮਾ ਸੁਭਾਅ ਸ਼ੁਰੂ ਤੋਂ ਜੀ। ਇਹ ਉਹਦੇ ਸੁਭਾਅ ਦਾ ਹਿੱਸਾ ਹੈ। ਉਂਝ ਵੈਸੇ ਲੇਖਾ ਹੈ, ਜੇ ਆਪਣੀ ਆਈ ਤੇ ਆ ਜੇ ਤੇ ਇੰਚੀ ਟੇਪ ਦੀ ਤਰ੍ਹਾਂ ਇੰਚ ਰੱਖ ਕੇ ਮਾਪ ਦਿੰਦਾ। ਲੇਖਾ ਲੈਂਦਾ ਸਾਹ, ਉਹ ਤਾਂ ਸਾਹ ਦਾ ਲੇਖਾ ਲੈਂਦਾ। ਲੇਖਾ ਬੋਲਣਾ, ਜੋ ਕੁਝ ਬੋਲਨੇ ਉਹ ਬੋਲਣ ਦਾ ਵੀ ਲੇਖਾ ਲੈ ਲੈਂਦਾ, ਉਹ ਖਾਣ ਦਾ ਵੀ ਲੈਂਦਾ। ਪਰ ਜਦੋਂ ਆਪਣੀ ਮੌਜ ਵਿੱਚ ਆਉਂਦਾ ਫਿਰ ਲੇਖਾ ਕਤੈ ਨਾ ਛੁੱਟੀਐ, ਖਿਨ ਖਿਨ ਬਖਸ਼ਣਹਾਰ, ਬਖਸ਼ਣਹਾਰ ਹੈ ਬਖਸ਼ ਲੈ ਨਾਨਕ ਪਾਰ ਉਤਾਰ। ਹਜ਼ੂਰ ਕਹਿੰਦੇ ਉਹਦਾ ਸੁਭਾਅ ਹੈ ਸਾਚਾ ਸਾਹਿਬ ਸਦ ਮੇਰਵਾਨ। ਉਹਦਾ ਮੇਰਵਾਨ ਦਾ ਸੁਭਾਅ ਹੈ ਹਮਰੀ ਗਣਤ ਨਾ ਗਣੀਆਂ ਕਾਈ। ਸਾਡੇ ਜਿੰਨੇ ਗੁਨਾਹ ਸਨ ਉਹਨੇ ਗਿਣਤੀ ਕੋਈ ਨਹੀਂ ਕੀਤੀ। ਮਹਾਰਾਜ ਕਹਿੰਦੇ ਆਪਣਾ ਬਿਰਧ ਪਛਾਣ, ਆਪਣੇ ਸੁਭਾਅ ਨੂੰ ਪਛਾਣਦਿਆਂ ਹੋਇਆਂ, ਕਿਉਂਕਿ ਉਹਦਾ ਸੁਭਾਅ ਦਿਆਲੂ ਹੈ, ਬਖਸ਼ੰਦ ਹੈ। ਉਹਨੇ ਕੋਈ ਨਹੀਂ ਲੇਖਾ ਕੀਤਾ, ਕੋਈ ਪੁੱਛੇ ਹੀ ਨਹੀਂ। ਮਹਾਰਾਜ ਕਹਿੰਦੇ ਨੇ ਹਾਥ ਦੇ ਰਾਖੈ ਕਰ ਆਪਣੇ। ਆਪਣਾ ਹੱਥ ਦੇ ਕੇ ਆਪਣੇ ਬਣਾ ਕੇ ਸਾਨੂੰ ਰੱਖ ਲਿਆ ਜੀ, ਆਪਣੇ ਬਣਾ ਕੇ ਰੱਖਿਆ। ਤੇ ਗੁਰੂ ਜੀ ਕਹਿੰਦੇ ਸਦਾ ਰੰਗ ਮਾਣ, ਸਦੀਵ ਕਾਲ ਲਈ, ਇੱਕ ਦਿਨ ਨਹੀਂ, 2 ਦਿਨ ਨਹੀਂ, ਸਦੀਵ ਕਾਲ ਲਈ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਨਾਮ ਦੇ ਰੰਗ ਨੂੰ ਮਾਣ ਰਹੇ ਹਾਂ। ਇਹਨੇ ਵੀ ਮਾਣਿਆ ਸੀ। ਫਿਰ ਮੈਂ ਬੇਨਤੀ ਕਰਾਂਗਾ, ਸਾਡੀ ਗਿਣਤੀ ਨਹੀਂ ਕੀਤੀ ਗੁਨਾਹਾਂ ਦੀ, ਉਹਨੇ ਆਪਣਾ ਸੁਭਾਅ ਦੇਖਿਆ, ਬਖਸ਼ ਦਿੱਤਾ। ਗੁਰੂ ਜੀ ਕਹਿੰਦੇ ਨੇ ਆਪਣਾ ਹੱਥ ਦੇ ਕੇ ਆਪਣੇ ਜਾਣ ਕੇ ਰੱਖ ਲਿਆ, ਆਪਣੇ ਜਾਣ ਕੇ ਬਚਾ ਲਿਆ। ਤੇ ਸਦਾ ਰੰਗ ਮਾਣ, ਸਦੀਵ ਕਾਲ ਵਾਸਤੇ ਆਪਣੇ ਰੰਗ ਵਿੱਚ। ਇਸੇ ਕਰਕੇ ਆਪ ਜੀ ਦੇਖੋ ਗੁਰਬਾਣੀ ਦੇ ਬਹੁਤ ਸ਼ਬਦ ਨੇ ਜਿਹਦੇ ਵਿੱਚ ਪ੍ਰਭੂ ਦੇ ਸੁਭਾਅ ਨੂੰ ਚੇਤੇ ਕਰਾਇਆ ਗਿਆ ਕਿ ਵਾਹਿਗੁਰੂ ਜੀ ਤੁਸੀਂ ਆਪਣਾ ਬਿਰਧ ਦੇਖਿਓ। ਜਿਵੇਂ ਅਸੀਂ ਕੁਝ ਬਚਨ ਪੜ੍ਹਦੇ ਹਾਂ, ਕਿਰਪਾ ਕਰੋ ਦੀਨ ਕੇ ਦਾਤੇ, ਕਿਉਂਕਿ ਤੇਰਾ ਸੁਭਾਅ ਹੈ, ਤੁਸੀਂ ਮਿਹਰ ਕਰੋ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਫਿਰ ਵੀ ਹੈ, ਜੇ ਉਹ ਲੇਖੇ ਨਹੀਂ ਕਰਦਾ ਆਪਾਂ ਕਿਉਂ ਕਰੀਏ? ਜੇ ਉਹ ਸਾਡੇ ਔਗਣ ਨਹੀਂ ਗਿਣਦਾ ਤੇ ਅਸੀਂ ਪਾਠ ਕਿਉਂ ਗਿਣੀ ਜਾਂਦੇ ਹਾਂ? ਮੈਂ ਇੰਨਾ ਕੀਤਾ, ਮੈਂ ਕਹਿੰਦਾ ਆਪਣੇ ਨਿੱਜ ਲਈ ਚੱਲਣ ਵਾਸਤੇ ਕਰੋ ਵੀ ਮੈਂ ਇੰਨੇ ਨੇਮ ਲਈ ਤਾਂ ਗਿਣਤੀ ਹੈ ਨਾ, ਮੈਂ ਇੰਨਾ ਕਰਨਾ ਹੈ। ਪਰ ਉਸ ਗਿਣਤੀ ਦਾ ਅਰਥ ਇਹ ਨਹੀਂ ਕਿ ਅਸੀਂ ਤੇਰੇ ਤੇ ਅਹਿਸਾਨ ਕੀਤਾ। ਮੈਂ ਕਹਿੰਦਾ ਜੇ ਤੂੰ ਲੇਖਾ ਨਹੀਂ ਕਰਦਾ, ਅਸੀਂ ਸ਼ੁਕਰ ਵਿੱਚ ਤੇ ਸਿਮਰਨ ਵਿੱਚ ਕਿਉਂ ਲੇਖਾ ਕਰੀਏ? ਸਾਡਾ ਵੀ ਕੰਮ ਹੀ ਨਹੀਂ ਫਿਰ ਲੇਖੇ ਕਰਨਾ। ਤੇ ਜਿਹੜਾ ਬੰਦਾ ਲੇਖਾ ਕਰਦਾ ਫਿਰ ਉਹ ਵੀ ਲੇਖੇ ਕਰਨ ਲੱਗ ਪਏਗਾ। ਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ। ਆਪਾਂ ਤੇ ਇਹ ਕਹਾਂਗੇ ਸਾਡਾ ਗੁਣ ਅਵਗਣ ਨਾ ਵਿਚਾਰਿਓ। ਇੱਥੇ ਮੈਂ ਨਾ ਕਮਾਲ ਕਰ ਦਿੱਤੀ, ਗੁਣ ਵੀ ਨਾਲ ਕਹਿ ਦਿੱਤਾ। ਜੇ ਤੂੰ ਅਵਗਣ ਨਹੀਂ ਵਿਚਾਰਨੇ ਤੇ ਪ੍ਰਮਾਤਮਾ ਜਿਹੜੇ ਅਸੀਂ ਗੁਣ ਕੀਤੇ ਨੇ ਤੂੰ ਵੀ ਨਾ ਵਿਚਾਰੀ, ਬਸ ਤੂੰ ਸਾਨੂੰ ਬਖਸ਼ ਲੈ। ਇਸੇ ਕਰਕੇ ਗੁਰਬਾਣੀ ਵਾਰ-ਵਾਰ ਜੀ
कोई कंडीशन नहीं लाती। ज्यों भाव है त्यों राख लै हम शरण प्रभ आए राम राजै। ज्यों जानो त्यों राख हर प्रभ तेरिया केते गणु असंख अवगण मेरिया। असंख अवगण खते फेरे नित प्रत सद भूलीए। प्यारिओ असीं तां रोज़ भुलने पे। मोह मगन विकराल माया तौ प्रसादी घूलीए। तेरे तो ਅਸੀਂ ਕਿਵੇਂ ਬਚਾਂਗੇ? ਅਸੀਂ ਇੰਨੇ ਗੁਨਾਹ ਕਰਨੇ। ਗੁਰੂ ਜੀ ਕਹਿੰਦੇ ਨੇ ਨਾ ਗੁਣ ਵੇਖਦਾ ਨਾ ਔਗਣ ਦੇਖਦਾ, ਜਦੋਂ ਬਖਸ਼ਦਾ। ਹਜ਼ੂਰ ਨੇ ਕਿਹਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਤੇ ਕੀ ਵਿਚਾਰ ਕੇ ਕਰੋਗੇ? ਜਿਹੜੀ ਇਹ ਅਗਲੀ ਉਦਾਹਰਨ ਦਿੱਤੀ ਪਿਆਰਿਓ, ਇਹ ਤੋਂ ਅੱਗੇ ਤਾਂ ਕੁਝ ਹੈ ਹੀ ਨਹੀਂ। ਹੁਣ ਤੁਸੀਂ ਮਿੱਟੀ ਲੈ ਲਓ ਤੇ ਮਿੱਟੀ ਨੂੰ ਸਾਰੀ ਜ਼ਿੰਦਗੀ ਪਾਣੀ ਪਾ ਪਾ ਧੋਈ ਜਾਓ। सारी जिंदगी में बेनती करा बर्तन च पानी पा लो, उस मिट्टी नूं वार वार पानी च धो मली जाओ। एक ने दो ने हज़ारां जुग भी मिट्टी धोंदे रहो, मिट्टी दी मिट्टी ही रहनी है। वाहिगुरू जी असी मिट्टी दी तरह हाँ, सानू जिन्ना मर्जी कोई वेख लै धो लै, असी मैले दे मैले हैं, पर तू बख्शंद कह, तू मेर करके सानू बख्श लै। किरपा करो दीन के दाते मेरा गुण अवगण ना विचारो कोई। माटी का क्या धोप है स्वामी मानस की गत यही बंदे दी हालत एवे। गुरु जी कह रहे ने खमरी गणत ना गणिया काई अपना बिरद पछाण हाथ दे राखे कर अपने। अपने हथ दे के बचा लिया जी सानू। सदा सदा रंग मान सदीव काल वास्ते परमात्मा दे नाम नू सिमरन नू मान। फिर अगे राहो दियां तुकां वैसे असी अर्थ कर चुके हैं। मैं फिर दोहरा देना तां राहो दी तुक दे अर्थ लए सन, क्योंकि दोनों पदियां दी व्याख्या करनी सौखी हो जाएगी। राहो दे बचन सन साचा साहिब सद मेहरबान बंद पाया मेरा सतगुरु पूरै होई सर्ब कल्याण रहाओ। अगले बचन ने जियो पाए पिंड जिन साजिया। पुरातन विद्वान जिहड़े सन ना जी, वो एक शब्द कहते होंगे सन, पर आपां जियो पाई पढ़ना। वो कहते सन जदों अर्थ करने ने, जिहड़ा जियो दा ऊड़ा है ना पिछे औंकड़ लगी, इहदे अर्थ दोवां पासे कर लो सुखैनता होवेगी। छंदाबंदी विच पाई रहना है। जे पाठ करांगे जी उपाए, समझ गए ना। ये पुरातन विद्वान कहते सन। अब बोलना सी इस तरह, ये जियो पाए, जियो जियो हो गया ते पाए दा अर्थ पाना। वो कहते सन जे पिछले ऊड़े नूं अगले नाल जोड़ के भी अर्थ कर लो उपाए, जिन्ने जियो पहला पैदा किया। पाए दा अर्थ पाना भी है। जियो पाए पिंड जिन साजिया। मेरी बेनती समझ गए ना, जेड़ा ऊड़े नूं औंकड़ लगी है वो जियो नाल भी जुड़दा है। वो कहते सन पाए तो पहला अर्थ कर ले, बोलन नहीं। जे इधर भी लाओगे तो तां भी अर्थ बन गए जियो उपाए। जिस परमात्मा ने तेरे अंदर जियो पैदा किया, ये जी बनाया। जियो पाए पिंड, जिन्हें आ शरीर बना दिता जी, आ पिंड साज दिता, दिता पहनन खान। उन्हें तन ते पाण वास्ते वस्त्र दे दिते ते खाण वास्ते भोजन दे दिता। किड्डी वड्डी बख्शिश की जी। महाराज का एक बचन कह, जननी केरे उदर उदक में पिंड किया दस द्वारा। मां दे उदर विच जिथे पानी सी जी, महाराज कहते जननी केरे उदर उदक में पिंड किया दस द्वारा। आ 10 दरवाजियां वाला उन्हें पिंड बनाया, शरीर बनाया, मां दे पेट च ही बना दिता। दे आहार अगन में रख है ऐसा खसम हमारा। इहो जिहा साडा मालक है। एक महाराज का बचन हुंदा सतगुरु का, सिर्फ ये अर्थ कर ली उन्हें किया सब कुछ। ये ना मां कर सकी, ना प्यो कर सकिया, ना कोई डॉक्टर कर सके। तुसीं देखो एक बच्चा किते 2-3 महीने 2 महीने पहला जन्म ले लै ना, कितना खर्चा हुंदा उहदे शरीर नूं। 2 महीने हस्पताल विच रख के, भावें अजकल साइंस ने बड़ी खोज की, तो देखो 2 महीने जो बच्चा हॉस्पिटल च रहिंदा है, वो मुकम्मल जन्म वेले उस ढंग नाल उहनूं बाहर लिआउंदे आ। कितना खर्चा, रब तो कुर्बान जाइए। एक गुरु साहिब का बचन हुंदा है, ईंधन ते बै संतर भागै
जियो पाए पिंड जिन साजिया। ईंधन ते बैसंतर भागै, माटी को जल दह दिश त्यागै, ऊपर चरण तलै आकाश, घट में कीनो सिंध प्रगाश। प्रथम माखन पाछै दूध, मैलो कीनो साबन सुध। गुरु अर्जुन देव का रामकली राग का शब्द है। लफ्जी अर्थ ये ने ईंधन ते बैसंतर भागै। ईंधर का अर्थ है लकड़ बालन, जिस चीज़ नूं अग लग जाए। बालन का अर्थ कला इकला लकड़ नहीं हुंदा, तेल नहीं हुंदा। साडा तन भी बालन है। हाड़ जरै ज्यों लाकड़ी, केस जरै ज्यों कास। इत्थे सतगुरु ने शब्द वरतिया जी, जिहड़ी चीज़ नूं अग लग सकती है, बालन कोलों अग दूर दौड़ गई। लफ्जी अर्थ ये ने। मिट्टी दे दसे पासे पानी, पर दसे पासे पानी जिहड़ा वो भी मिट्टी नूं गालदा नहीं पिया। इहदा भाव अर्थ ये वे कि जिस वक्त आ जियो पाए पिंड साजिया ना, ये सी कोमल जिहा मास का लोथड़ा। 6 महीनों च बनया पूरा, गंढिंदियां 6 माह। ये मां दे उदर च बालन पिया है ते उथे अग सी। रब ने ईंधन ते बैसंतर भागै, ये जिहड़ा बालन उत्थे पिया, इहदे 4 चुफेरे अग। परमात्मा ने इस बालन नूं अग दे विच सड़न ही नहीं दिता। भाव अर्थ वे माटी को जल दह दिश त्यागै। हुण है तां मिट्टी दा पुतला। आप जी देखो, बाहर तुसी पानी च बिना कुछ दस्ताने पाया 2 घंटे भांडे मांजो ना, आ जड़ियां हाथां दियां पोटे ने चिट्टे हो जाते हैं, मांस भुरन लग पैंदा है। आ मांस का लोथड़ा कई महीने पानी विच पुट्ठा पिया रहा। इस मिट्टी नूं रब ने गल नहीं दिता। है तां पानी च से ना। जननी केरे उदर उदक में। उत्थे गुरु अर्जुन देव कह रहा कि ईंधन ते बैसंतर भागै, माटी को जल दह दिश त्यागै, ऊपर चरण पैर उत्ते तलै आकाश। जिहड़ा आकाश दा अर्थ सिर भी हुंदा है। आकाश तले है, सिर थले है, घट में कीनो सिंध प्रगाश। ਇਹਦਾ मतलब निक्के जे कतरे विच समुंदर पिया होया है। विराट परमात्मा की उहदे च सत्या है। हुण अगला वचन है, प्रथम है माखन पाछै दूध। पहला मक्खन सी जी, उन्हें तरस किया, मक्खन दुध बना दिता। उंज बाहर मुखी चीज़ है, टुकदी नहीं। दुध पहला हुंदा, मक्खन बाद च बनदा है। दुध नूं कोई गर्म करेगा, जाग ठंडा करेगा, फिर जाग लाएगा, तां ही जमेगा ना। कदी तुसीं ये सुनिया देखिया भी लियाओ फटाफट मक्खन लियाओ, इनू इहदे विचों आपां दुध कढना। ये तां सुनीदा भी दुध लै आओ ते जाग लावांगे ते जम गया ते रिड़ के मक्खन निकल गया। कदी मक्खन रिड़ के दुध निकलिया? इहदा भाव भी बड़ा गहरा है। प्रथम है माखन। जदों तेरा जन्म नहीं होया, उदों तेरी फीड, तेरी खुराक परमात्मा ने मक्खन की तरह जमा के रखी। पहला मक्खन सी, जदों तेरा जन्म होया, उस जम्मे कोई मक्खन नूं रब ने दुध का रूप दे दिता है। जे पशुओं वाल भी देखो, अपने घरां च पहलां जी जदों पहला चोया हुंदा सी ना, मझ दे सूण तो बाद उहनूं दुध नूं सीधा कोई पी सकदा सी? वो जम्मिया हुंदा सी जी, मक्खन रूप सी। इत्थे गुरु जी कह रहे हैं, भाई सिखो याद रखियो, उन्हें तुहाडी खुराक पहला मक्खन की तरह जमाई, फिर उन्हें ओदा दुध बना दिता। प्रथम है माखन पाछै दूध। ते किदे च दुध कढ़िया? मैलो कीनो साबन सूद। जिवें साबन नाल कपड़ा धोईए मैला ऐ श्वेत निकल आउंदा है, जिहड़ा शरीर मैला सी ना, इहदे विचों चिट्टा रब ने दुध पैदा कर दिता। जियो पाए पिंड जिन साजिया। जियो पाया पिंड साजिया। ते महाराज जी कहते आ, दिता पहनन खान, पाण वास्ते कपड़े दे दिते, खान नूं भोजन दे दिता। इसे करके गुरु जी इस चीज़ नूं मुख रख के शुकराने भी जोड़ते हैं। सब जियो पिंड मुख नक दिया, वर्तन को पानी, अन्न खाना कपड़ पहनन दिया, रस अन्न भोगानी। पर जे उन्होंने याद ना करें, जिन दिए सो चेतन आवी, पशु हो कर जानी। फिर तो पशु तो भी नखेद है। गुरु जी कह रहा, जियो पाए पिंड जिन साजिया, दिता पहनन खान,
ਆਪਣੇ ਦਾਸ ਕੀ ਆਪ ਪੈਜ ਰਾਖੀ। ਆਪਣੇ ਸੇਵਕ ਦੀ ਪ੍ਰਮਾਤਮਾ ਨੇ ਆਪੇ ਇੱਜ਼ਤ ਰੱਖ ਲਈ, ਉਹਦੇ ਤੋਂ ਬਿਨਾ ਕੋਈ ਇੱਜ਼ਤ ਰੱਖਣ ਵਾਲਾ ਨਹੀਂ। ਜਿੰਨਾ ਮਰਜੀ ਕੋਈ ਬੰਦਾ ਕਹੇ ਵੀ ਮੈਂ ਮੇਰੇ ਕਰਕੇ ਮੇਰਾ ਪਦ, ਮੇਰੀ ਪ੍ਰਤਿਸ਼ਠਾ, ਮੇਰੀ ਪੱਤ, ਨਹੀਂ। ਜੇ ਉਹ ਰੱਖਣ ਤੇ ਆਵੇ ਤੇ ਪੱਤ ਰੁਲਦੀ ਨਹੀਂ। ਤੇ ਪਿਆਰਿਓ, ਜਿੰਨਾ ਮਰਜੀ ਕੋਈ ਪਤਵੰਤਾ ਬਣ ਜਾਏ, ਜੇ ਉਹ ਕਿਤੇ ਰੋਲਣ ਤੇ ਆ ਜਾਏ ਤੇ ਉੱਥੇ ਬਚਾ ਕੋਈ ਨਹੀਂ ਸਕਦਾ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪਣੇ ਸੇਵਕ ਦੀ ਆਪ ਪੈਜ ਰਾਖੀ, ਆਪ ਇੱਜ਼ਤ ਰੱਖ ਲਈ। ਮਹਾਰਾਜ ਕਹਿੰਦੇ ਨਾਨਕ ਸਦ ਕੁਰਬਾਨ, ਮੈਂ ਆਪਣੇ ਮਾਲਕ ਤੋਂ ਸਦਾ ਕੁਰਬਾਨ ਜਾਨਾ ਵਾਂ। ਤੇ ਮੈਂ ਇੱਕ ਬੇਨਤੀ ਕਰਾਂਗਾ, ਇਹਦੇ ਵਿੱਚ ਵੀ ਬੜੀ ਬਖਸ਼ਿਸ਼ ਕੀਤੀ ਹੋਣੀ ਮਨ ਚ ਆਇਆ। ਜੇ ਸਾਚਾ ਸਾਹਿਬ ਸਦ ਮਿਹਰਬਾਨ ਹੈ ਤੇ ਆਪਣਾ ਫਰਜ਼ ਬਣਦਾ ਸਦ ਕੁਰਬਾਨ। वो सद मेहरबान है, असी सद कुरबान जाना है, ਉਹਦੇ ਤੋਂ ਬਲਿਹਾਰ ਜਾਈਏ। ਇਸ ਸ਼ਬਦ ਦਾ ਤਤ ਭਾਵ ਇਹ ਹੈ ਜੀ ਕਿ ਪਾਰ ਬ੍ਰਹਮ ਪਰਮੇਸ਼ਵਰ ਮਿਹਰਬਾਨ ਹੈ, ਦੁੱਖਾਂ ਤੋਂ ਬੰਨ ਮਾਰ ਕੇ ਸੁਰਤ ਨੂੰ ਬਚਾ ਦਿੰਦਾ ਹੈ। ਉਹ ਲੇਖੇ ਕੋਈ ਨਹੀਂ ਕਰਦਾ। ਉਹਦਾ ਮੁੱਢ ਕਦੀਮਾ ਸੁਭਾਅ ਹੈ ਕਿ ਉਹ ਔਗਣ ਦੇਖ ਕੇ ਬਖਸ਼ ਦਿੰਦਾ ਹੈ। ਔਗਣ ਕੋ ਨਾ ਚਿਤਾਰਦਾ ਗਲ ਛੇਤੀ ਲਾਇਕ, ਗੱਲ ਨਾਲ ਵੀ ਲਾ ਲੈਂਦਾ, ਔਗੜ ਵੀ ਨਹੀਂ ਚਿਤਾਰਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ